ਨਮਸਕਾਰ ਦੋਸਤੋ, ਪੰਜਾਬ ਨਾਵਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡੇ ਨਾਲ ਅੱਜ ਇਸ ਸ਼ੋਅ ਦੇ ਵਿੱਚ ਸਾਡੇ ਮਹਿਮਾਨ ਨੇ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਜੀ। ਜਸਪਾਲ ਸਿੰਘ ਸਿੱਧੂ ਜੀ, ਤੁਹਾਡਾ ਵੀ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ। ਅੱਜ ਇਸ ਦੇ ਵਿੱਚ ਅਸੀਂ ਜੋ ਵੱਡੀ ਖਬਰ ਜੋ ਪੰਜਾਬ ਤੋਂ ਆ ਰਹੀ ਹੈ ਉਹ ਹੈ ਕਿ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚੋਂ ਜਿਹੜੀ ਹੈ ਉਹ ਜ਼ਮਾਨਤ ਮਿਲ ਗਈ ਹੈ। ਕਾਫੀ ਲੰਬੇ ਅਰਸੇ ਤੋਂ ਬਾਅਦ ਤੇ ਕਾਫੀ ਜਦੋਜਹਿਦ ਤੋਂ ਬਾਅਦ ਉਹਨਾਂ ਨੂੰ ਇਹ ਜਿਹੜੀ ਹੈ ਜ਼ਮਾਨਤ ਮਿਲੀ ਹੈ। ਤੇ ਦੂਜੀ ਖਬਰ ਜੋ ਹੈ ਉਹ ਬਿਹਾਰ ਨੂੰ ਲੈ ਕੇ ਹੈ। ਬਿਹਾਰ ਦੇ ਵਿੱਚ ਜੋ ਪਿਛਲੇ 3-4 ਦਿਨਾਂ ਤੋਂ ਜੋ ਚੱਲ ਰਹੀਆਂ ਸੀ ਸਰਗਰਮੀਆਂ, ਤੇ ਜਿਹਦੇ 'ਚ ਅਲਟੀਮੇਟਲੀ ਜਿਹੜਾ ਹੈ ਨਿਤੀਸ਼ ਕੁਮਾਰ ਹੋਰਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਤੇ ਅੱਜ ਫਿਰ ਉਹਨਾਂ ਨੇ ਵੱਡੇ ਮਹਾਗਠਬੰਧਨ ਦੇ ਨਾਲ ਜਿਹੜਾ ਹੈ ਦੁਬਾਰਾ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤੇ ਇਹਦੇ ਵਿੱਚ ਉਹਨਾਂ ਦੇ ਨਾਲ ਹੀ ਜੋ ਤੇਜਸਵੀ ਯਾਦਵ ਜੋ ਆਰਜੇਡੀ ਦੇ ਆਗੂ ਨੇ, ਤੇ ਉਹਨਾਂ ਨੇ ਵੀ ਜਿਹੜੀ ਹੈ ਅਹੁਦੇ ਦੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਤੇ ਇਸ ਦੇ ਨਾਲ ਹੀ ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਇਸ ਵਾਰ ਜਿਹੜਾ ਇੱਕ ਨਵਾਂ ਸੰਦੇਸ਼, ਇੱਕ ਨਵਾਂ ਬਿਆਨ ਜਾਰੀ ਕੀਤਾ ਕਿ 1947 ਦੀ ਤਕਸੀਮ ਦੇ ਦੌਰਾਨ ਜੋ ਲੋਕ ਇੱਧਰ ਉੱਧਰ ਮਾਰੇ ਗਏ, ਜਿਹਦੇ 'ਚ ਸਿੱਖ, ਹਿੰਦੂ, ਮੁਸਲਮਾਨ ਸਾਰੇ ਭਰਾਵਾਂ ਨੇ ਭਰਾ ਮਾਰੇ, ਤੇ ਉਹ ਸਾਰੇ ਮਾਮਲੇ ਨੂੰ ਲੈ ਕੇ ਜਿਹੜਾ ਹੈ ਇਸ 15 ਅਗਸਤ ਤੋਂ ਇੱਕ ਦਿਨ ਬਾਅਦ 16 ਅਗਸਤ ਨੂੰ ਜਿਹੜਾ ਹੈ ਅਰਦਾਸ ਦਿਹਾੜੇ ਵਜੋਂ ਮਨਾਇਆ ਜਾਵੇ। ਸਾਰਿਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਜਾਵੇ, ਤੇ ਇੱਕ ਵਾਰ ਫਿਰ ਇਹਨੂੰ ਸਾਰਿਆਂ ਨੂੰ ਰਿਵਿਊ ਕੀਤਾ ਜਾਵੇ ਕਿ ਕਿਸ ਤਰ੍ਹਾਂ ਸੇ ਪੰਜਾਬੀਆਂ ਨੇ ਪੰਜਾਬੀ ਜਿਹੜੇ ਮਾਰੇ, ਤੇ ਉਹਦਾ ਜਿਹੜਾ ਹੈ ਸਾਰੀਆਂ ਧਿਰਾਂ ਵੱਲੋਂ ਸਵਾਗਤ ਹੋਇਆ। ਸੋ ਅਸੀਂ ਇਹਨਾਂ ਮੁੱਦਿਆਂ ਦੇ ਉੱਤੇ ਅੱਜ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਰਦਾਰ ਜਸਪਾਲ ਸਿੰਘ ਸਿੱਧੂ ਜੀ, ਆਪਾਂ ਬਿਕਰਮ ਸਿੰਘ ਮਜੀਠੀਆ ਹੋਰਿਆਂ ਦੀ ਗੱਲ ਵੱਲ ਆਉਂਦੇ ਹਾਂ ਕਿ ਉਹਨਾਂ ਨੂੰ 5 ਮਹੀਨਿਆਂ ਤੋਂ ਬਾਅਦ ਜਿਹੜੀ ਹੈ ਇਹ ਜ਼ਮਾਨਤ ਜਿਹੜੀ ਹੈ ਇਹ ਮਿਲੀ ਹੈ। ਜੋ ਹੈ NDPS ਐਕਟ ਦੇ ਤਹਿਤ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਸੀ, ਤੇ ਚੋਣਾਂ ਤੋਂ ਪਹਿਲਾਂ ਇਹ ਮੁਕੱਦਮਾ ਦਰਜ ਹੋਇਆ ਸੀ, ਤੇ ਚੋਣਾਂ ਦੇ ਦੌਰਾਨ ਉਹਨਾਂ ਨੂੰ ਅੰਤਰਿਮ ਜ਼ਮਾਨਤ ਜਿਹੜੀ ਹੈ ਰਾਹਤ ਦਿੱਤੀ ਸੀ ਕਿਉਂਕਿ ਚੋਣਾਂ ਲੜਨ ਦੇ ਲਈ। ਤੇ ਬਾਅਦ ਦੇ ਵਿੱਚ ਫਿਰ ਉਹ ਫਰਵਰੀ ਦੇ ਵਿੱਚ ਦੁਬਾਰਾ ਜਿਹੜੇ ਸੀ ਉਹ ਫਰਵਰੀ ਦੇ ਵਿੱਚ ਉਹਨਾਂ ਨੂੰ ਜਿਹੜੀ ਰਾਹਤ ਮਿਲੀ ਸੀ, ਤੇ ਉਸ ਤੋਂ ਬਾਅਦ ਫਿਰ ਉਹ ਦੁਬਾਰਾ ਜਿਹੜੇ ਹੈ ਉਹ ਪੇਸ਼ ਹੋ ਗਏ ਸੀ, ਤੇ ਉਹਨਾਂ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਜਿਹੜਾ ਸੀ ਭੇਜ ਦਿੱਤਾ ਗਿਆ ਸੀ। ਤੇ ਉਹ ਲਗਾਤਾਰ ਚਾਰਾਜੋਈ ਕਰ ਰਹੇ ਸੀ ਜੋ ਸੁਪਰੀਮ ਕੋਰਟ ਤੱਕ ਗਏ, ਤੇ ਸੁਪਰੀਮ ਕੋਰਟ ਤੋਂ ਬਾਅਦ ਸੁਪਰੀਮ ਕੋਰਟ ਨੇ ਜਿਹੜਾ ਸੀ ਇਹ ਕੇਸ ਬੈਕ ਰੈਫਰ ਕੀਤਾ ਹਾਈ ਕੋਰਟ ਨੂੰ। ਤੇ ਹਾਈ ਕੋਰਟ ਨੇ ਭਾਵੇਂ ਕਿਹਾ ਸੀ ਕਿ ਤੁਸੀਂ ਜਿਹੜੀ ਟ੍ਰਾਇਲ ਅਦਾਲਤ ਤੋਂ ਪਹਿਲਾਂ ਇਹ ਸਾਰਾ ਲੈ ਕੇ ਆਓ, ਤੇ ਹੁਣ ਅੱਜ ਜਿਹੜਾ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਿਹੜੇ 2 ਜੱਜਾਂ ਦੇ ਬੈਂਚ ਨੇ ਉਹਨਾਂ ਨੂੰ ਜਿਹੜੀ ਹੈ ਜ਼ਮਾਨਤ ਦੇ ਦਿੱਤੀ ਹੈ ਕੁਝ ਸ਼ਰਤਾਂ ਦੇ ਤਹਿਤ। 2 ਲੱਖ ਦੇ ਜਿਹੜਾ ਹੈ ਜਾਤੀ ਮੁਚੱਲਕੇ ਦੇ ਉੱਪਰ ਜ਼ਮਾਨਤ ਦਿੱਤੀ ਹੈ। ਸੋ ਇਹਦੇ ਬਾਰੇ ਤੁਹਾਡਾ ਜਿਹੜਾ ਹੈ ਤੁਸੀਂ ਕਿਸ ਤਰ੍ਹਾਂ ਦੀ ਜਿਹੜੀ ਰਾਏ ਰੱਖਦੇ ਹੋ? ਦੇਖੋ, ਮੈਂ ਤਾਂ ਵੀ ਇਹ ਜਾਤੀ ਮੁਚੱਲਕੇ ਤੇ ਦਿੱਤੀ ਹੈ, ਕੁਝ ਸ਼ਰਤਾਂ ਥੱਲੇ ਦਿੱਤੀ ਹੈ, ਪਰ ਇਹਦੇ ਨਾਲ ਬੜੀ ਦੇਰ ਦੀ ਕੋਸ਼ਿਸ਼ ਹੋ ਰਹੀ ਸੀ। ਅਕਾਲੀ ਦਲ ਜਿਹੜਾ ਅਕਾਲੀ ਪਾਰਟੀ ਹੈ ਜਾਂ ਅਕਾਲੀ ਦਲ ਜਿਹੜਾ ਉਹਦਾ ਆਪਸ ਵਿੱਚ ਉਹ ਹੁਣ ਬੜਾ ਲੋਅ ਐਬ 'ਤੇ ਆਇਆ ਵਾ, ਥੱਲੇ ਹੋਇਆ ਵਾ ਉਹਦਾ ਸਾਰਾ ਗ੍ਰਾਫ। ਤੇ ਉਹਨਾਂ ਦੀ ਇਹ ਲੱਗ ਰਿਹਾ ਸੀ ਵੀ ਬਿਕਰਮ ਸਿੰਘ ਮਜੀਠੀਆ ਜਿਹੜਾ ਇਸ ਦਾ ਕਾਫੀ ਜ਼ਿਆਦਾ ਐਕਟਿਵ ਰੋਲ ਹੈ ਪੋਲੀਟਿਕਸ ਵਿੱਚ, ਅਕਾਲੀ ਦਲ ਦੇ ਵਿੱਚ। ਖਾਸ ਕਰਕੇ ਇੱਥੋਂ ਤੱਕ ਹੈ ਵੀ ਸੁਖਬੀਰ ਸਿੰਘ ਬਾਦਲ ਤੋਂ ਵੀ ਵੱਧ ਇਹਦਾ ਰੋਲ ਸਮਝਿਆ ਜਾਂਦਾ। ਹੁਣ ਇਹ ਵਾਪਸ ਆ ਗਿਆ, ਤੇ ਇਹਦੇ ਨਾਲ ਪਹਿਲੀ ਗੱਲ ਕੋਸ਼ਿਸ਼ ਕੀਤੀ ਸੀ ਉਹਨਾਂ ਨੇ ਵੀ ਇਹ ਪਹਿਲਾਂ ਅਕਾਲੀ ਦਲ ਨੇ ਵੀ ਇਸ ਦੀ ਅਰੈਸਟ ਉੱਤੇ, ਇਹਦੇ ਫੜੇ ਜਾਣ ਉੱਤੇ ਵੀ ਧਰਨੇ ਦਿੱਤੇ, ਬੜਾ ਰੋਸ ਮੁਜ਼ਾਹਰੇ ਕੀਤੇ, ਪਰ ਇਹਨਾਂ ਨੂੰ ਪਤਾ ਲੱਗਾ ਵੀ ਕੋਈ ਖਾਸ ਰਿਸਪੌਂਸ ਲੋਕਾਂ ਦਾ ਅਕਾਲੀ ਦਲ ਨੂੰ ਉਦੋਂ ਨਹੀਂ ਸੀ ਮਿਲਿਆ। ਤਾਂ ਇਹ ਲੱਗ ਰਿਹਾ ਸੀ ਵੀ ਅਕਾਲੀ ਦਲ ਵਿੱਚ ਜੇ ਕਿਤੇ ਜਾਨ ਪੈ ਸਕਦੀ ਆ, ਦੁਆਰਾ ਖੜਾ ਹੋ ਸਕਦਾ ਅਕਾਲੀ ਦਲ, ਤਾਂ ਉਹਦੇ 'ਚ ਮਜੀਠੀਆ ਦਾ ਰੋਲ ਵੀ ਆਪਣੇ ਆਪ 'ਚ ਕਾਫੀ ਵੱਡਾ ਹੋਊਗਾ। ਇਸ ਕਰਕੇ ਇਸ ਦਾ ਵਾਪਸ ਆਉਣ ਨਾਲ ਇਸ ਦੇ ਜਿਸ ਕਿਸਮ ਦੀ ਉਹਨੂੰ ਹੁਣ ਪਰਮਾਨੈਂਟ ਜ਼ਮਾਨਤ ਮਿਲ ਗਈ ਹੈ, ਇਸ ਅਕਾਲੀ ਦਲ ਦੇ ਵਿੱਚ ਜਾਤੀ ਤੌਰ 'ਤੇ ਵੀ ਇਹਦਾ ਜਿਹੜਾ ਪੋਲੀਟਿਕਸ ਦੇ ਵਿੱਚ ਇਹਦੀ ਹੋਂਦ ਹੈ, ਜਿਹੜੀ ਪੋਲੀਟੀਕਲ ਜਿਹੜਾ ਉਹਦੀ ਐਗਜ਼ਿਸਟੈਂਸ ਹੈ ਪੋਲੀਟੀਕਲ, ਉਹਦੀ ਉਹ ਵੀ ਬਰਕਰਾਰ ਰਹੇਗੀ। ਨਹੀਂ ਤਾਂ ਇਹ ਲੱਗਦਾ ਸੀ ਵੀ ਇਸ ਕੇਸ ਵਿੱਚ ਇਹ ਪੋਲੀਟਿਕਸ ਤੋਂ ਹੀ ਇਹ ਵਾਂਝਾ ਹੋ ਜਾਏਗਾ ਸਾਰਾ, ਪੋਲੀਟੀਕਲ ਮੁੜ ਕੇ ਇਲੈਕਸ਼ਨ ਨਹੀਂ ਲੜ ਸਕਦਾ। ਸਿੱਧੂ ਸਾਹਿਬ, ਦੇਖੋ, ਇੱਕ ਅਕਾਲੀਆਂ ਬਾਰੇ ਇਹ ਸਮਝਿਆ ਜਾਂਦਾ ਸੀ ਕਿਉਂਕਿ ਜਿਹੜਾ ਅਕਾਲੀ ਦਲ ਦਾ ਇਤਿਹਾਸ ਹੈ ਜਾਂ ਅਕਾਲੀ ਆਗੂਆਂ ਦਾ, ਕਿ ਇਹ ਜਿਹੜੇ ਹੈ ਜੇਲ੍ਹਾਂ 'ਚੋਂ ਜਿਹੜੇ ਹੈ ਵੱਡੇ ਆਗੂ ਬਣ ਕੇ ਜਿਹੜੇ ਉੱਭਰਦੇ ਆ, ਨਿਕਲਦੇ ਆ। ਪਰ ਇਸ ਵਾਰ ਕੋਈ ਇਸ ਕਿਸਮ ਦੀ ਗੱਲ ਸਾਹਮਣੇ ਨਹੀਂ ਆਈ ਕਿਉਂਕਿ ਕੇਸ ਇਸ ਕਿਸਮ ਦਾ ਸੀ, ਕੋਈ ਮੋਰਚਾ ਨਹੀਂ ਸੀ, ਨਾ ਹੀ ਕੋਈ ਸਿਆਸੀ ਕੈਦੀ ਦੇ ਤੌਰ 'ਤੇ ਗਏ ਸੀ। ਤੇ ਦੂਜੀ ਗੱਲ, ਜਿਸ ਤਰੀਕੇ ਦਾ ਜਿਹੜਾ ਭੁਚਾਲ ਅਕਾਲੀ ਦਲ ਦੇ ਵਿੱਚ ਆਇਆ ਹੋਇਆ ਇਸ ਵੇਲੇ, ਤੇ ਅਕਾਲੀ ਦਲ ਦੀਆਂ ਸਾਰੀਆਂ ਜਿਹੜੀਆਂ ਹੇਠਲੀਆਂ ਇਕਾਈਆਂ ਸੀ, ਸਾਰੀਆਂ ਯੂਨਿਟਾਂ, ਸਾਰੇ ਵਿੰਗ ਭੰਗ ਕੀਤੇ ਜਾ ਚੁੱਕੇ ਨੇ, ਤੇ ਸਿਰਫ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਹੀ ਇਸ ਸਮੇਂ ਜਿਹੜੇ ਹੈ ਉਹ ਅਕਾਲੀ ਦਲ ਹੈ।
ਤੇ ਉਹਦੇ ਤੇ ਵੀ ਹੁਣ ਦੁਬਾਰਾ ਜਿਹੜੇ ਹੋਰ ਆਗੂ ਨੇ, ਭਾਵੇਂ ਉਹ ਸੈਕੰਡ ਫਰੰਟ ਲਾਈਨ ਦੇ ਆਗੂ ਨੇ ਜਾਂ ਆਪਣੇ ਆਪ ਨੂੰ ਵੱਡੇ ਆਗੂ ਸਮਝਦੇ ਆ, ਉਹ ਕਿਤੇ ਨਾ ਕਿਤੇ ਮੀਟਿੰਗਾਂ ਦੇ ਵਿੱਚ ਜਿਹੜੀ ਗੱਲ ਕਿਤੇ ਨਾ ਕਿਤੇ ਆ ਰਹੀ ਹੈ ਕਿ ਅਕਾਲੀ ਦਲ ਦੇ ਵਿੱਚ ਕੋਈ ਬਗਾਵਤ ਵਾਲਾ ਮਾਹੌਲ ਬਣ ਸਕਦਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਦੇ ਨਾਲ ਉਹਨਾਂ ਦੀ ਜਿਹੜੀ, ਜਿੱਦਾਂ ਤੁਸੀਂ ਕਿਹਾ ਕਿ ਇੱਕ ਪਰਸਨੈਲਿਟੀ ਹੈ, ਇੱਕ ਸ਼ਖਸੀਅਤ ਹੈ, ਖਾਸ ਕਰਕੇ ਮਾਝੇ ਦੇ ਵਿੱਚ ਅਸਰ ਹੈ, ਤੇ ਉਹਦਾ ਪਾਰਟੀ ਦੀ ਜਿਹੜੀ ਜਥੇਬੰਦਕ ਜਿਹੜਾ ਢਾਂਚਾ ਜਾਂ ਜਥੇਬੰਦੀ ਦੇ ਉੱਪਰ ਕੋਈ ਅਸਰ ਹੋਏਗਾ? ਜਥੇਬੰਦੀ ਤੇ ਅਸਰ ਹੋਣ ਦੀ ਉਮੀਦ ਤਾਂ ਹੈ ਸਾਰੀ, ਕਿਉਂਕਿ ਵੱਡੀ ਧਿਰ ਜਿਹੜੀ ਸੁਖਬੀਰ ਬਾਦਲ ਨਾਲ ਹੈ ਉਹ ਮਜੀਠੀਆ ਬਣੇਗਾ। ਮੈਨੂੰ ਇਹ ਲੱਗਿਆ ਵੀ ਜਿਹੜਾ ਸੁਖਬੀਰ ਬਾਦਲ ਨੂੰ ਇਹ ਇਕੱਲਾ ਥਕੱਲਾ ਜਾਂ ਇਕੱਲਾ ਰਹਿ ਗਿਆ ਸੀ, ਆਈਸੋਲੇਟਡ ਕਾਫੀ ਮਹਿਸੂਸ ਕਰ ਰਿਹਾ ਸੀ, ਤੇ ਭਾਵੇਂ ਉਹਦੇ ਨਾਲ ਹੋਰ ਗਰੁੱਪ ਹੈਗਾ ਸਾਰਾ ਉਹਦੇ ਨਾਲ ਚੱਲ ਰਿਹਾ, ਪਰ ਫਿਰ ਵੀ ਉਹਦੇ ਵਿਰੁੱਧ ਬਗਾਵਤ ਆ ਰਹੀ ਸੀ। ਪਰ ਇੱਕ ਗੱਲ ਮੈਂ ਫਿਰ ਇਹਦੇ ਤੇ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਵੀ ਜਿਸ ਤਰੀਕੇ ਨਾਲ ਜਿਹੜੇ ਕੇਸ ਵਿੱਚ ਜੇਲ੍ਹ ਗਿਆ ਸੀ ਉਹਦੇ ਨਾਲ ਇਸ ਦੀ ਬਦਨਾਮੀ ਹੋਈ ਹੈ। ਅੱਗੇ ਨੂੰ ਪੋਲੀਟਿਕਸ ਵਿੱਚ ਓਨਾ ਹੈਵੀ ਵੇਟ, ਅਕਾਲੀ ਸਾਈਡ ਤੋਂ ਵੀ ਓਨਾ ਹੈਵੀ ਵੇਟ ਇਹ ਨਹੀਂ ਰਹਿਣਾ, ਪਰ ਪਾਰਟੀ ਦੇ ਸਫਾਂ ਦੇ ਵਿੱਚ ਇਹਦਾ ਰੋਲ ਰਹੇਗਾ। ਬਾਕੀ ਜਿਹੜੇ MLA ਅਜੇ ਦੇਖੀਏ ਮਾਝੇ ਤੋਂ ਤਾਂ ਇਕੱਲਾ ਇਹਦੀ ਘਰ ਵਾਲੀ, ਇਹਦੀ ਪਤਨੀ ਉਹੀ ਜਿੱਤੀ ਹੈ ਇਕੱਲੀ, ਤੇ ਬਾਕੀ ਤਾਂ ਫਿਰ ਮਾਝੇ 'ਚ ਤਾਂ ਕੋਈ ਇਹਨਾਂ ਤੋਂ ਬਗੈਰ ਅਕਾਲੀ ਦਲ ਦੀ ਹੋਂਦ ਹੀ ਨਹੀਂ, ਇਹ ਵੀ ਕਹਿ ਸਕਦੇ। ਤੇ ਆਪਣਾ ਵੇਟ ਵੀ ਕਾਫੀ ਸੀ, ਬੇਸ਼ੱਕ ਇਹ ਦੋਨੋਂ ਹੀ ਹਾਰ ਗਏ ਆ। ਅੰਮ੍ਰਿਤਸਰ ਤੋਂ ਨਵਜੋਤ ਸਿੱਧੂ ਤੇ ਇਹ ਦੋਨੋਂ ਖੜੇ ਸੀਗੇ ਇੱਕੋ ਕੰਸਟੀਚੁਐਂਸੀ ਤੇ, ਦੋਨੋਂ ਹਾਰ ਗਏ। ਤੇ ਪਰ ਫਿਰ ਵੀ ਇਹ ਲੱਗ ਰਿਹਾ ਵੀ ਅਕਾਲੀ ਦਲ ਦੀ ਜੋੜ ਤੋੜ ਦੀ ਜੋ ਹੁਣ ਰਾਜਨੀਤੀ ਹੁਣ ਇਹਨਾਂ ਦਿਨਾਂ 'ਚ ਹੋ ਰਹੀ ਹੈ, ਜਾਂ ਅੰਦਰ ਬਹੁਤ ਸਰਗਰਮੀਆਂ ਚੱਲ ਰਹੀਆਂ ਵੀ ਲੀਡਰਸ਼ਿਪ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ, ਉਹਦੇ ਵਿੱਚ ਕਮ ਸੇ ਕਮ ਸੁਖਬੀਰ ਬਾਦਲ ਨੂੰ ਇੱਕ ਵੱਡੀ ਸਪੋਰਟ ਤਾਂ ਮਿਲ ਗਈ ਹੈ। ਇਸ ਕਰਕੇ ਇਹਨੂੰ ਜ਼ਮਾਨਤ ਮਿਲ ਜਾਣੀ, ਬਾਹਰ ਫੀਲਡ 'ਚ ਆ ਜਾਣਾ, ਤੇ ਇਹ ਅਕਾਲੀ ਦਲ ਦੇ ਲਈ ਕੁਝ ਵੱਡੀਆਂ ਚੇਂਜਸ ਦੀ ਸੰਭਾਵਨਾਵਾਂ ਬਣ ਗਈਆਂ। ਸਿੱਧੂ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਹੁਣ ਬਿਕਰਮ ਸਿੰਘ ਮਜੀਠੀਆ ਦੇ ਬਾਹਰ ਆਉਣ ਦੇ ਨਾਲ ਇੱਕ ਤਰ੍ਹਾਂ ਦੀ ਇੱਕ ਮੋਰਲ ਸਪੋਰਟ ਵੀ ਸੁਖਬੀਰ ਬਾਦਲ ਹੋਰਾਂ ਨੂੰ ਮਿਲੀ ਹੈ? ਤੇ ਦੂਜੀ ਗੱਲ ਜਿਹੜੀ ਤੁਸੀਂ ਧਿਰ ਦੀ ਕੀਤੀ ਹੈ ਕਿ ਉਹਨਾਂ ਦੇ ਪੱਖ 'ਚ ਗੱਲ ਕਰਨ ਵਾਲੇ ਜਾਂ ਉਹਨਾਂ ਦੇ ਪੱਖ ਦੇ ਵਿੱਚ ਕੋਈ ਬਿਆਨਬਾਜ਼ੀ ਕਰਨ ਵਾਲੇ ਜਾਂ ਹੋਰ ਹੁਣ ਕੋਈ ਆਗੂ ਨਹੀਂ ਸੀ ਜਿਹੜਾ ਕੋਈ ਇਹ ਕਹਿ ਰਿਹਾ ਸੀ, ਖੁੱਲ੍ਹ ਕੇ ਸਾਹਮਣੇ ਆ ਰਿਹਾ ਸੀ ਕਿ ਸੁਖਬੀਰ ਬਾਦਲ ਹੀ ਸਾਡੇ ਜਿਹੜੇ ਆ ਉਹ ਆਗੂ ਨੇ, ਜਾਂ ਬਿਲਕੁਲ ਨਿਰਵਿਵਾਦ ਆਗੂ ਨੇ ਜਿੱਦਾਂ ਪਹਿਲਾਂ ਗੱਲਾਂ ਹੁੰਦੀਆਂ ਰਹੀਆਂ ਸੀ, ਜਾਂ ਵੱਡੇ ਬਾਦਲ ਸਾਹਿਬ ਵੇਲੇ ਸਭ ਤੋਂ ਪਹਿਲਾਂ ਕੋਸ਼ਿਸ਼ ਹੁੰਦੀ ਸੀ ਲੀਡਰਾਂ ਦੀ ਕਿ ਮੈਂ ਮੂਹਰੇ ਹੋ ਕੇ ਜਿਹੜਾ ਬਿਆਨ ਦੇਵਾਂ, ਉੱਦਾਂ ਦੀ ਜਿਹੜੀ ਹੁਣ ਹਾਲਤ ਨਹੀਂ ਸੀ। ਸਿੱਧੂ ਸਾਹਿਬ, ਤੁਹਾਨੂੰ ਲੱਗਦਾ ਹੈ ਕਿ ਇਹਦੇ ਨਾਲ ਜਿਹੜਾ ਹੈ ਥੋੜ੍ਹਾ ਮੋਟਾ ਫਰਕ ਪਏਗਾ? ਹੁਣ ਆਪਾਂ ਜੇ ਬਿਹਾਰ ਦਾ ਜਿਹੜਾ ਹੈ ਸੀਨ ਦੇਖੀਏ, ਜੋ ਪਿਛਲੇ ਕੁਝ ਦਿਨਾਂ 'ਚ ਜਿਹੜੇ ਆ ਸਾਰੇ ਹਾਲਾਤ ਬਦਲ ਗਏ, ਭਾਵੇਂ ਜਿਹੜੀ ਆ ਉਹ ਅੰਦਰ ਖਾਤੇ ਜਿਹੜੀ ਗੱਲ ਹੈ ਉਹ ਉਸ ਸਮੇਂ ਤੋਂ ਧੁਖ ਰਹੀ ਸੀ ਜਦੋਂ ਨਤੀਸ਼ ਕੁਮਾਰ ਹੋਰੀ ਜਿਹੜੀ ਹੈ ਬਹੁਤ ਪਿੱਛੇ ਰਹਿ ਗਏ ਸੀ ਬਿਹਾਰ ਦੀ, ਖਾਸ ਕਰਕੇ ਜੇ ਆਪਾਂ ਪਾਰਲੀਮੈਂਟਰੀ ਪੋਲਿਟਿਕਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਅਸੈਂਬਲੀ ਚੋਣਾਂ ਦੇ ਵਿੱਚ ਉਹਨਾਂ ਨੂੰ ਇੰਨੀਆਂ ਘੱਟ ਸੀਟਾਂ ਜਿਹੜੀਆਂ ਸੀ ਉਹ ਮਿਲੀਆਂ ਸੀ, ਤੇ BJP ਦੇ ਆਗੂਆਂ ਨੇ ਕਈਆਂ ਨੇ ਸ਼ਰੇਆਮ ਜਿਹੜੀ ਮੁਖਾਲਫਤ ਕੀਤੀ ਜਾਂ ਹੋਰ ਹੈ ਉਹਨੂੰ ਉਹ ਘੁੱਟਣ ਮਹਿਸੂਸ ਕਰਦੇ ਸੀ। ਹਾਲਾਂਕਿ ਬਾਅਦ ਦੇ ਵਿੱਚ ਇੱਕ ਮਜਬੂਰੀ ਦੇ ਬੱਸ ਦੇ ਵਿੱਚ BJP ਨੇ ਜਾਂ ਕਹਿ ਲਓ ਕਿ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਹੀ ਜਿਹੜਾ ਉਹਨਾਂ ਦੇ ਨਾਂ 'ਤੇ ਹੀ ਟਿਕ ਲਾਈ ਕਿ ਮੁੱਖ ਮੰਤਰੀ ਇਹ ਹੋਣਗੇ, ਕਿਉਂਕਿ BJP ਕੋਲੇ ਵੀ ਆਪਣੇ ਕੋਲੇ ਉੱਥੇ 77 ਸੀਟਾਂ ਨੇ, ਤੇ ਉਸ ਤੋਂ ਵੱਧ ਜਿਹੜੀਆਂ ਹੈਗੀਆਂ RJD ਕੋਲੇ 79 ਸੀਟਾਂ ਨੇ, ਜਿਹਨੂੰ ਆਪਾਂ 79 ਕਹਿ ਸਕਦੇ ਹਾਂ। ਤੇ ਹੁਣ ਜਿਹੜੇ ਹਾਲਾਤ ਜਿਸ ਤਰੀਕੇ ਨਾਲ ਬਦਲੇ ਹੈ, ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਇੱਕੋ ਦਮ ਜਿਹੜੀ ਬਿਹਾਰ ਦੀ ਰਾਜਨੀਤੀ ਨੇ ਕਰਵਟ ਲਈ ਹੈ, ਤੇ ਅੱਜ ਦੁਬਾਰਾ ਫਿਰ ਉਹ RJD ਦੀ ਸਪੋਰਟ ਨਾਲ, ਜਾਂ ਜਿਸ ਨੂੰ ਮਹਾਂ ਗਠਬੰਧਨ ਦਾ ਨਾਂ ਦਿੱਤਾ ਗਿਆ, ਜਿਹਦੇ 'ਚ ਹੋਰਾਂ ਦੀ ਵੀ ਬਾਹਰੋਂ ਸਪੋਰਟ ਹੈ, ਜਿਹਦੇ 'ਚ ਖੱਬੀਆਂ ਪਾਰਟੀਆਂ ਵੀ ਨੇ, ਕਾਂਗਰਸ ਨੇ ਵੀ ਕਿਹਾ ਕਿ ਅਸੀਂ ਬਾਹਰੋਂ ਸਪੋਰਟ ਕਰਾਂਗੇ। ਹੁਣ ਉਹ ਦੁਬਾਰਾ ਜਿਹੜੇ ਮੁੱਖ ਮੰਤਰੀ ਚੁਣੇ ਗਏ ਨੇ, ਅਜੇ ਸਮਾਂ ਕਾਫੀ ਹੈ ਕਿਉਂਕਿ 2020 ਦੇ ਵਿੱਚ ਚੋਣਾਂ ਹੋਈਆਂ ਸੀ, ਦੁਬਾਰਾ 2025 ਦੇ ਵਿੱਚ ਹੋਣੀਆਂ ਨੇ ਜੇ ਹਾਲਾਤ ਠੀਕ ਰਹਿੰਦੇ ਆ ਤਾਂ। ਤੁਹਾਨੂੰ ਇਹ ਲੱਗਦਾ ਕਿ ਜਿੱਦਾਂ BJP ਹੁਣ ਜਿਹੜੀਆਂ ਨੀਤੀਆਂ 'ਤੇ ਚੱਲ ਰਹੀ ਸੀ ਕਿ ਸੂਬਿਆਂ ਦੇ ਵਿੱਚ ਕਿਵੇਂ ਕਬਜ਼ਾ ਕੀਤਾ ਜਾਵੇ, ਕਿਵੇਂ ਆਪਣੇ ਲੋਕਾਂ ਦੀ ਸਰਕਾਰ ਬਣਾ ਕੇ ਆਪਣੇ ਤਰੀਕੇ ਨਾਲ ਚਲਾਇਆ ਜਾਵੇ, ਵੀ ਬਿਹਾਰ ਦੇ ਵਿੱਚ ਜਿਹੜਾ ਹੈ ਇਹ ਜਿਹੜਾ ਗੇੜਾ ਉਲਟ ਹੋ ਗਿਆ, ਜਾਂ ਜਿਹਨੂੰ ਆਪਾਂ ਰਿਬਾਊਟ ਕਹਿੰਦੇ ਆ ਵੀ ਦੁਬਾਰਾ ਆ ਕੇ ਫਿਰ ਉਹਨਾਂ ਦੇ ਮੱਥੇ ਦੇ ਉੱਤੇ ਇਹ ਗੱਲ ਆ ਕੇ ਵੱਜੀ ਹੈ, ਤੇ ਇਹਦੇ ਨਾਲ ਹੁਣ ਕੀ ਪੂਰੇ ਦੇਸ਼ ਦੀ ਰਾਜਨੀਤੀ 'ਤੇ ਕੋਈ ਅਸਰ ਪਏਗਾ? ਦੇਖੋ, ਸਾਰੇ ਦੇਸ਼ ਦੀ ਰਾਜਨੀਤੀ 'ਤੇ ਅਸਰ ਪਏਗਾ। ਪਹਿਲੀ ਵਾਰੀ ਹੋਇਆ ਵੀ ਜੇ ਸ਼ਿਵ ਸੈਨਾ ਨੂੰ ਤਾਂ ਇਹਨਾਂ ਨੇ ਤੋੜ ਦਿੱਤਾ, ਆਪਣਾ BJP ਨੇ ਤੋੜ ਕੇ ਤੇ ਉਸ ਨੂੰ ਬਿਲਕੁਲ ਹੀ ਮਾਰਜਨਲਾਈਜ਼ ਕਰਤਾ ਉद्धਵ ਠਾਕਰੇ ਨੂੰ, ਤੇ ਇਹ ਲੱਗਦਾ ਸੀ ਵੀ ਕਿਤੇ ਇਹ ਅਟੈਕ ਇਸ ਤੋਂ ਬਾਅਦ ਹੋਣ ਵਾਲਾ ਹੈ ਇਸ ਤੇ ਨਿਤਿਸ਼ ਕੁਮਾਰ ਤੇ ਨਿਤਿਸ਼ ਕੁਮਾਰ ਦੀ ਇਹ ਕਮਾਲ ਹੈ ਵੀ ਇਹ ਤੇਜ਼ੀ ਨਾਲ ਜਿਵੇਂ ਪਾਸਾ ਪਲਟਦਾ, ਜਿਹੜਾ ਕਿ ਰਾਜਨੀਤੀ 'ਚ ਮਾਹਰ 8ਵੀਂ ਵਾਰੀ ਉਹ ਚੀਫ ਮਿਨਿਸਟਰ ਬਣ ਰਿਹਾ ਹੁਣ,
ਤੇ ਇਹ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਦੇਸ਼ ਦੇ ਵਿੱਚ ਗੱਲ ਅਸੀਂ ਕਹਿ ਸਕਦੇ ਕਿਸੇ ਸੂਬੇ ਦਾ 8ਵੀਂ ਵਾਰ ਕੋਈ ਚੀਫ ਮਿਨਿਸਟਰ ਬਣ ਗਿਆ ਹੋਵੇ ਤਾਂ ਇਸ ਦੀ ਉਸ ਨੂੰ ਉਸ ਸਟ੍ਰੈਟਜੀ ਤੇ ਰਣਨੀਤੀ ਦਾ ਮਾਹਰ ਦੂਜਿਆਂ ਨਾਲੋਂ ਜ਼ਿਆਦਾ ਹੈ, ਜਿਹਦੇ 'ਚ ਉद्धਵ ਠਾਕਰੇ ਕੋਈ ਐਸ ਜਿਹਾ ਕਰ ਨਹੀਂ ਕਰ ਸਕਿਆ। ਉਹਨੂੰ ਪਤਾ ਹੀ ਨਹੀਂ ਲੱਗ ਸਕਿਆ ਕਿ ਜਦੋਂ ਕੋਈ ਵੱਡਾ ਗਰੁੱਪ ਉਹਦੇ ਨਾਲੋਂ ਜ਼ਿਆਦਾ MLA ਲੈ ਕੇ ਦੂਜੇ ਪਾਸੇ ਸ਼ਿੰਦੇ ਚੀਫ ਮਿਨਿਸਟਰ ਬਣ ਗਿਆ। ਇਸ ਕਰਕੇ ਇਹਨੂੰ ਤੋੜਿਆ ਜਾ ਸਕਦਾ ਸੀ। ਇਹਨੂੰ ਅੰਦਰੋਂ ਅੰਦਰ ਹੀ BJP ਪਹਿਲਾਂ ਹੀ ਇਸ ਨੂੰ ਖੂੰਜੇ ਲਾਇਆ ਹੋਇਆ ਸੀ, ਸਫੋਕੇਟਡ ਸੀ, ਇਹ ਘੁਟਾ ਮਹਿਸੂਸ ਤਾਂ ਕਰ ਹੀ ਰਿਹਾ ਸੀਗਾ। ਇੱਕ ਦੂਜੀ ਗੱਲ ਇਹ ਹੈ ਵੀ ਇਹ ਪਹਿਲਾਂ ਹੀ ਕਹਿ ਰਹੇ ਸੀ ਵੀ ਜੇ ਕਿਤੇ ਕੋਈ ਮਾਤ ਦੇ ਸਕਦਾ ਨਰਿੰਦਰ ਮੋਦੀ ਨੂੰ ਜਾਂ ਉਹਦੇ ਨਾਲ ਮੁਕਾਬਲਾ ਕਰ ਸਕਦਾ ਤਾਂ ਉਹ ਹਿੰਦੀ ਹਾਰਟਲੈਂਡ 'ਚੋਂ ਹੀ ਕਰੇਗਾ, ਉਹ ਬਿਹਾਰ ਜਾਂ UP 'ਚੋਂ ਹੀ ਹੋ ਸਕਦਾ ਹੈ ਸਾਰਾ ਕੁਝ। ਇਸ ਕਰਕੇ ਜੇ ਹੁਣ ਫਰਜ਼ ਕੀਤਾ ਦੇਸ਼ ਵਿੱਚ ਤਬਦੀਲੀ ਹੋਣੀ ਹੈ ਤਾਂ ਗੁਜਰਾਤ ਮੈਨੂੰ ਅਜੇ ਵੀ ਪਾਸੇ ਤੇ ਲੱਗਦਾ ਇਹਦਾ ਮੇਨ ਜਿਹੜੇ ਹੈੱਡ ਹੈਗੇ ਨੇ ਜਿਹਦੇ ਜਦੋਂ ਪੋਲਿਟਿਕਸ ਸਾਰੀ ਚੇਂਜ ਹੁੰਦੀ ਹੈ UP ਤੇ ਬਿਹਾਰ 'ਚ ਹੁੰਦੀ ਹੈ ਤਾਂ UP ਬਿਹਾਰ ਦੇ ਬੰਦਾ ਜੇ ਇਹ ਨਿਤਿਸ਼ ਕੁਮਾਰ ਅੱਗੇ ਲੱਗਿਆ ਇਹਦੇ ਨਾਲ ਸਾਰੇ ਦੇਸ਼ ਦੀ ਚੇਂਜ ਹੋਊਗੀ। ਕਮ ਸੇ ਕਮ ਇਹ ਬਿਲਕੁਲ ਕਲੀਅਰ ਹੈ ਜੋ ਅਖਬਾਰ 'ਚ ਰਿਪੋਰਟਾਂ ਆ ਰਹੀਆਂ ਵੀ ਇਹ ਕੈਂਡੀਡੇਟ ਪ੍ਰਾਈਮ ਮਿਨਿਸਟਰ ਦਾ ਕੈਂਡੀਡੇਟ ਨੂੰ ਸਾਰੀਆਂ ਆਪੋਜੀਸ਼ਨ ਪ੍ਰੋਜੈਕਟ ਕਰਨੀਆਂ। ਹੁਣ ਵੀ ਇਹੀ ਹੋਇਆ ਵੀ ਸਟ੍ਰੈਟਜੀ ਸਾਰੀ ਇਸੇ ਰਣਨੀਤੀ ਤੋਂ ਲੱਗਦਾ ਵੀ ਕੱਲੀ BJP ਪਾਸੇ ਕਰਤੀ, ਬਾਕੀ ਸਾਰੇ ਪਾਰਟੀਆਂ ਇਕੱਠੀਆਂ ਹੋ ਗਈਆਂ ਤੇ ਇਹ ਸਾਰਾ ਜਿਹੜਾ ਦੇਸ਼ ਦੇ ਵਿੱਚ ਜਾਂ ਆਪੋਜੀਸ਼ਨ ਤੇ ਵੱਡਾ ਪ੍ਰੈਸ਼ਰ BJP ਦੇ ਜਿਹੜਾ ਅਗਰੈਸਿਵ ਤੇ ਬਹੁਤ ਜ਼ਿਆਦਾ ਇਸ ਕਿਸਮ ਦਾ ਰੋਲ ਆ, ਉਹਦੇ ਕਰਕੇ ਹੁਣ ਆਪੋਜੀਸ਼ਨ ਕੋਲੇ ਵੀ ਚੁਆਇਸ ਨਹੀਂ ਰਹੀ ਵੀ ਕਿਵੇਂ ਨਾ ਕਿਵੇਂ ਕਰਕੇ ਸਾਰੇ ਛੋਟੇ ਆਪਦੀਆਂ ਗੱਲਾਂ ਭੁਲਾ ਕੇ ਇਕੱਠੇ ਹੋਈਏ ਤੇ ਇਕੱਠੇ ਹੋ ਗਏ ਆ। ਜਿੱਦਾਂ ਸਿੱਧੂ ਸਾਹਿਬ ਪਿਛਲੇ ਦਿਨਾਂ ਦੇ ਦੌਰਾਨ ਕਿਉਂਕਿ ਮਮਤਾ ਬੈਨਰਜੀ ਪੱਛਮੀ ਬੰਗਾਲ ਤੋਂ ਉਹ ਕਾਫੀ ਉਹਨਾਂ ਨੇ ਸੈਂਟਰ ਸਟੇਜ ਤੇ ਆਉਣ ਦੀ ਕੋਸ਼ਿਸ਼ ਕੀਤੀ, ਕਈ ਇਸ਼ੂ ਦੇ ਲੈ ਕੇ ਕਈ ਹੋਰ ਇਹ ਲੱਗਦਾ ਸੀ ਕਿ ਸ਼ਾਇਦ ਮਮਤਾ ਬੈਨਰਜੀ ਹੈ ਜਿਹੜੇ ਉਹ ਸ਼ਾਇਦ ਕੇਂਦਰ ਦੇ ਵਿੱਚ ਜਾਂ ਕੱਲ੍ਹ ਨੂੰ ਆਉਣ ਵਾਲੇ PM ਲਈ ਜਾਂ ਹੋਰ ਇੱਦਾਂ ਦੀ ਕੋਈ ਰਾਜਨੀਤੀ ਇਸ ਪਾਸੇ ਨੂੰ ਕਰਨ ਵੱਲ ਜਾਣ। ਪਰ ਹੁਣ ਜਿੱਦਾਂ ਇਹ ਲੱਗਦਾ ਕਿ ਨਤੀਸ਼ ਕੁਮਾਰ ਜਿੱਦਾਂ ਤੁਸੀਂ ਗੱਲ ਕੀਤੀ ਹੈ, ਸਾਰਾ ਤੁਸੀਂ ਵਿਸ਼ਲੇਸ਼ਣ ਕੀਤਾ ਕਿ ਨਤੀਸ਼ ਕੁਮਾਰ ਹੀ ਜੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਮਾਤ ਦੇ ਸਕਦੇ ਆ BJP ਦੇ ਘੱਟੋ ਘੱਟ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਫੇਰ ਉਹਨਾਂ ਨੂੰ ਪ੍ਰੋਜੈਕਟ ਕੀਤਾ ਜਾ ਸਕਦਾ ਤਾਂ ਜੇ ਉਹਨਾਂ ਦਾ ਮੁਕਾਬਲਾ ਕਰ ਸਕਦੇ ਆ ਵਿਰੋਧੀ ਧਿਰਾਂ ਵੱਲੋਂ ਜਾਂ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹਨਾਂ ਵੱਲੋਂ, ਜਿੱਦਾਂ ਕਾਂਗਰਸ ਨੇ ਵੀ ਕਹਿ ਕੇ ਅਸੀਂ ਸਪੋਰਟ ਕਰਾਂਗੇ, ਤੇ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਫਬੰਦੀ ਹੋ ਸਕਦੀ ਹੈ ਕਿ ਜਿੰਨੀਆਂ ਸਾਰੀਆਂ ਖੇਤਰੀ ਪਾਰਟੀਆਂ ਨੇ ਖਾਸ ਕਰਕੇ ਜਿਹੜੀਆਂ ਰੀਜਨਲ ਫੋਰਸਿਸ ਨੇ ਜਿਹੜੀਆਂ ਹੁਣ ਸਾਰੀਆਂ ਹੀ ਖੂੰਜੇ ਲਾਈਆਂ ਹੋਈਆਂ BJP ਨੇ ਕਿਸੇ ਨਾ ਕਿਸੇ ਉਹਨਾਂ ਦੇ ਅੰਦਰ ਬਗਾਵਤ ਕਰਾ ਕੇ ਤੋੜ ਕੇ ਕਿਸੇ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦਾ ਡਰਾਵਾ ਦੇ ਕੇ ਤੇ ਕਾਰਵਾਈਆਂ ਕਰਕੇ ਵੀ ਉਹ ਦੁਬਾਰਾ ਫੇਰ ਕੰਸੋਲੀਡੇਟ ਹੋ ਸਕਣਗੀਆਂ? ਬਿਲਕੁਲ ਕੰਸੋਲੀਡੇਟ ਹੋ ਸਕਣਗੀਆਂ। ਇਹ ਤਾਂ ਨਿਤਿਸ਼ ਕੁਮਾਰ ਜੇ ਕਿਤੇ ਉਦੋਂ RJ ਨੂੰ ਛੱਡ ਕੇ ਕਿਤੇ ਇੱਧਰਲੇ ਪਾਸੇ ਜਿੱਥੇ ਹੁਣ ਆ ਗਿਆ ਇੱਥੇ ਪਹਿਲਾਂ ਆ ਜਾਂਦਾ ਤਾਂ ਮੋਦੀ ਦੀ ਇਸ ਕਿਸਮ ਦੀ ਚੜ੍ਹਾਈ ਨਹੀਂ ਸੀ ਹੋਣੀ ਜਾਂ BJP ਦੀ ਇਸ ਕਿਸਮ ਦੀ ਚੜ੍ਹਾਈ ਨਹੀਂ ਸੀ ਹੋਣੀ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਲੀਡਰਸ਼ਿਪ ਬਦਲ ਦੇ ਵਿੱਚ ਇਹ ਸਾਰਾ ਇਸ ਕਿਸਮ ਦਾ ਨੈਸ਼ਨਲਿਜ਼ਮ ਜਾਂ ਇਸ ਕਿਸਮ ਦਾ ਮੈਜੋਰਿਟੀ ਕਮਿਊਨਿਟੀ ਦਾ ਨੈਸ਼ਨਲਿਜ਼ਮ ਬਣਿਆ ਹੋਇਆ ਜਿਹਦੇ ਵਿੱਚ ਇਹਨਾਂ ਸਟੇਟਾਂ 'ਚੋਂ ਬੰਦਾ ਉੱਠ ਕੇ ਕੋਈ ਤਬਦੀਲੀ ਲਿਆ ਸਕਦਾ, ਉਹਦੇ ਵਿੱਚ ਇਹ ਮਾਹਰ ਹੈ। ਪਹਿਲਾਂ ਵੀ ਲੋਕਾਂ ਨੂੰ ਬੜਾ ਅਫਸੋਸ ਹੋਇਆ ਸੀ ਜਦੋਂ ਇਹ BJP ਦੇ ਖਾਤੇ 'ਚ ਚਲਾ ਗਿਆ ਸੀਗਾ ਵੀ ਇਹੀ ਤਾਂ ਲੀਡਰ ਜਿਹਨੂੰ ਤਸਲੀਮ ਕਰਦੇ ਸੀ। ਇਹਦਾ ਨਾਂ ਪਹਿਲਾਂ ਵੀ ਆ ਚੁੱਕਿਆ ਸੀ ਵੀ ਮੋਦੀ ਨੂੰ ਚੈਲੰਜ ਕਰਨ ਦੇ ਵਿੱਚ ਉਹਦਾ ਮੁਕਾਬਲਾ ਕਰਨ ਵਿੱਚ ਇਹ ਨਿਤਿਸ਼ ਕੁਮਾਰ ਹੀ ਕਰ ਸਕਦਾ ਤੇ ਇਸ ਕਰਕੇ ਕਰ ਵੀ ਸਕਦਾ ਕਿਉਂਕਿ ਇਹਦੇ ਉੱਤੇ ਕੋਈ ਇਸ ਕਿਸਮ ਦਾ ਅਜੇ ਤੱਕ ਕੋਈ ਐਲੀਗੇਸ਼ਨ ਨਹੀਂ, ਕਰਪਸ਼ਨ ਨਹੀਂ, ਕੋਈ ਹਾਰ ਕੁਛ ਕਿਸਮ ਨਹੀਂ, ਇਹਦਾ ਇੱਥੇ ਦੋਸ਼ ਕੋਈ ਨਹੀਂ ਲੱਗਿਆ। ਇਸ ਕਰਕੇ ਪੋਲਿਟਿਕਸ ਵਿੱਚ ਕਾਫੀ ਹੱਦ ਤੱਕ ਇਹਦਾ ਕਲੀਨ ਇਮੇਜ ਹੈ। ਇਸ ਨੂੰ ਕੋਈ ਇਮੇਜ ਕਰਦੇ ਵੀ ਇਹ ਪਤਾ ਨਹੀਂ ਕਦੋਂ ਪੈਂਤਰਾ ਬਣ ਜੇ ਤੇ ਉਹਦਾ ਪੋਲਿਟਿਕਸ ਵਿੱਚ ਚੱਲਦਾ ਹੀ ਹੈ, ਉਹਦੇ 'ਚ ਕੋਈ ਗੱਲਬਾਤ ਨਹੀਂ। ਸਿੱਧੂ ਸਾਹਿਬ ਜਿਹੜੀ ਜਿੱਦਾਂ ਤੁਸੀਂ ਇਹ ਗੱਲ ਕੀਤੀ ਹੈ ਹੁਣ ਨਤੀਸ਼ ਦੀ ਵੀ ਉਹਨਾਂ ਦਾ ਪੈਂਤੜਾ ਬਦਲਣ ਦਾ ਜਿਹੜਾ ਹੈ ਪਤਾ ਨਹੀਂ ਲੱਗਦਾ, ਜਾਂ ਪਿਛਲੇ ਜਿਵੇਂ ਥੋੜ੍ਹਾ ਜਿਹਾ ਹੋਰ ਪਿਛੋਕੜ ਦੇ ਵਿੱਚ ਜਾਵਾਂ, ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡੀ ਰੀਜਨਲ ਫੋਰਸ ਮੰਨਿਆ ਜਾਂਦਾ ਸੀ ਪੂਰੇ ਦੇਸ਼ ਦੇ ਵਿੱਚ, ਇੱਥੋਂ ਤੱਕ ਕਿ ਜਿਹੜੀਆਂ ਸਾਊਥ ਦੀਆਂ ਪਾਰਟੀਆਂ ਸੀ ਕਈ ਵਾਰੀ ਉਹ ਵੀ ਅਕਾਲੀ ਦਲ ਦੇ ਮੂੰਹ ਵੱਲ ਦੇਖਦੀਆਂ ਸੀ ਤੇ ਇਹਨਾਂ ਨੇ ਰਾਜਾਂ ਦੇ ਅਧਿਕਾਰਾਂ ਨੂੰ ਲੈ ਕੇ ਅਨੰਦਪੁਰ ਦਾ ਮਤਾ ਹੋਰ ਗੱਲਾਂ ਬਾਤਾਂ ਕੀਤੀਆਂ। ਜੇ ਮੈਂ ਥੋੜ੍ਹਾ ਜਿਹਾ ਪਿੱਛੇ ਵੱਲ ਨੂੰ ਜਾਵਾਂ 1996 ਦੇ ਵਿੱਚ ਜਦੋਂ ਇੱਦਾਂ ਦਾ ਸਥਿਤੀ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਆ ਗਈ ਸੀ, ਇੱਕ ਤਰ੍ਹਾਂ ਦਾ ਹੰਗ ਪਾਰਲੀਮੈਂਟ ਉਦੋਂ ਆ ਗਿਆ ਸੀ, ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਬਿਨਾਂ ਕਿਸੇ ਕੰਡੀਸ਼ਨ ਤੋਂ ਜਿਹੜੀ ਆ ਉਦੋਂ BJP ਨੂੰ ਜਿਹੜੀ 13 ਦਿਨ ਸਰਕਾਰ ਸਿਰਫ ਵਾਜਪਾਈ ਜੀ ਦੀ ਚੱਲੀ ਸੀ ਉਹਨੂੰ ਜਦੋਂ ਸਪੋਰਟ ਦਿੱਤੀ। ਤੁਸੀਂ ਇਹਨੂੰ ਕੀ ਸਮਝਦੇ ਹੋ ਕਿ ਉਹ ਜਿਹੜੀ ਹੈ ਅਕਾਲੀ ਦਲ ਦੀ, ਕਿਉਂਕਿ ਜਿਹੜੀ ਹੁਣ ਸਥਿਤੀ ਉਹ ਵੀ ਸਾਡੇ ਸਾਹਮਣੇ ਇੰਨੇ ਸਾਲਾਂ ਦੇ ਬਾਅਦ
ਉਦੋਂ ਵੀ ਅਕਾਲੀ ਦਲ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਸੀਗੇ ਤੇ ਉਹਨਾਂ ਨੇ ਬਿਨਾਂ ਕਿਸੇ ਕੋਰ ਕਮੇਟੀ ਜਾਂ ਹੋਰ ਗੱਲ ਵਿਚਾਰੇ ਸਪੋਰਟ ਕੀਤੀ, ਉਹਦਾ ਅਕਾਲੀ ਦਲ ਨੂੰ ਨੈਸ਼ਨਲ ਲੈਵਲ ਤੇ ਜਿਹੜਾ ਹੈ ਤੁਹਾਨੂੰ ਲੱਗਦਾ ਵੀ ਕੋਈ ਉਹਨਾਂ ਨੂੰ ਫਰਕ ਪਿਆ ਪਾਰਟੀ ਨੂੰ? ਦੇਖੋ ਉਹਦਾ ਬਿਲਕੁਲ ਉਹ ਜਿਹੜੀ ਡਿਵੈਲਪਮੈਂਟ ਹੈ ਉਹਦਾ ਮੈਨੂੰ ਕਾਫੀ ਹੱਦ ਤੱਕ ਨੇੜਿਓਂ ਪਤਾ ਹੈ। ਉਹਨਾਂ ਦਿਨਾਂ ਵਿੱਚ ਬਰਨਾਲੇ ਨੂੰ ਅੱਗੇ ਲਾ ਕੇ ਰੀਜਨਲ ਕਨਕਲੇਵ ਬਣ ਰਿਹਾ ਸੀਗਾ। ਰੀਜਨਲ ਕਨਕਲੇਵ ਵਿੱਚ ਬਰਨਾਲਾ ਹੀ ਲੀਡਰ ਨਿਕਲ ਰਿਹਾ ਸੀਗਾ ਤੇ ਇਸ ਕਰਕੇ ਬਾਦਲ ਨੇ ਉਸ ਨੂੰ ਵੀ ਮਾਤ ਪਾਉਣਾ ਸੀ ਤੇ ਇਸ ਕਰਕੇ ਇਹ ਸਟ੍ਰੈਟਜੀ ਸੀ ਜਿਹੜੀ ਬਾਦਲ ਦੀ ਵੀ ਬਿਨਾਂ ਸ਼ਰਤ ਤੋਂ ਸਪੋਰਟ ਦੇਣੀ ਬੀਜੇਪੀ ਨੂੰ। ਐਕਚੁਅਲੀ ਇਹ ਸਰੈਂਡਰ ਸੀ, ਇਹ ਬੀਜੇਪੀ ਦੇ ਏਜੰਡੇ ਤੇ ਜਾਂ ਸੈਂਟਰਲਿਸਟ ਏਜੰਡੇ ਤੇ, ਜਿਹੜਾ ਬੀਜੇਪੀ ਤੇ ਕਾਂਗਰਸ ਦੇ ਏਜੰਡੇ 'ਚ ਕੋਈ ਲੰਬਾ ਚੌੜਾ ਫਰਕ ਨਹੀਂ ਹੈ, ਉਸ ਏਜੰਡੇ ਤੇ ਆ ਕੇ ਇਹ ਰਾਜ ਕਰਨਾ ਮੰਨ ਗਿਆ ਤੇ ਕੀਤਾ ਵੀ ਉਸੇ ਤੇ। ਜਿਹੜੀਆਂ 3 ਟਰਮਾਂ ਇਹਨੇ ਰਾਜ ਕੀਤਾ, ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਰਿਹਾ, 3 ਵਾਰੀ ਏਜੰਡਾ ਇਹਨੇ ਸੈਂਟਰ ਦਾ ਲਾਗੂ ਕੀਤਾ ਤੇ ਇਸ ਕਰਕੇ ਜਦੋਂ ਰੀਜਨਲ ਏਜੰਡਾ ਛੱਡ ਕੇ ਤੁਸੀਂ ਸੈਂਟਰ ਦਾ ਏਜੰਡਾ ਕਰ ਰੱਖੋਗੇ, ਤੁਸੀਂ ਰੀਜਨਲ ਫੋਰਸ ਹੀ ਨਹੀਂ ਰਿਹਾ, ਅਕਾਲੀ ਦਲ ਰਿਹਾ ਨਹੀਂ। ਇਹਦੇ ਮੁਕਾਬਲੇ ਵਿੱਚ JDU ਭਾਵੇਂ ਉਹ ਨੈਸ਼ਨਲ ਪਾਰਟੀ ਆਪਦੇ ਆਪ ਨੂੰ ਕਹੀ ਜਾਂਦੀ ਹੈ, ਪਰ ਉਹ ਇੱਕੋ ਥਾਂ ਉੱਤੇ ਉੱਥੇ ਹੀ ਹੈ, ਰੀਜਨਲ ਫੋਰਸ ਹੈ। ਉਹ ਕਾਫੀ RJD ਵੀ ਰੀਜਨਲ ਫੋਰਸ ਹੈ ਬਿਹਾਰ ਦੀ। ਇਸੇ ਤਰੀਕੇ ਨਾਲ ਸਮਾਜਵਾਦੀ ਪਾਰਟੀ ਵੀ ਕਾਫੀ ਹੱਦ ਤੱਕ ਉਹ ਮੱਧ ਅਵਸਥਾ ਜੋ ਉੱਤਰ ਪ੍ਰਦੇਸ਼ ਦੀ ਰੀਜਨਲ ਪਾਰਟੀ ਹੈ। ਹੋਰ ਵੀ ਸਾਰੀਆਂ ਰੀਜਨਲ ਪਾਰਟੀਆਂ ਹਰੇਕ ਸਟੇਟ ਵਿੱਚ ਕੁਛ ਨਾ ਕੁਛ ਹਾਲਤ ਵਿੱਚ ਆਪਣੀ ਹਸੀਅਤ ਵਿੱਚ ਬੈਠੀਆਂ ਹੋਈਆਂ। ਇਹਨਾਂ ਨੇ ਹਸੀਅਤ ਗਵਾ ਲਈ ਕਿਉਂਕਿ ਇੱਕ ਵਾਰੀ ਰਾਜ ਨਹੀਂ ਕੀਤਾ, 3 ਵਾਰ ਉਸੇ ਏਜੰਡੇ ਤੇ ਰਾਜ ਕੀਤਾ, ਉਹੀ ਸਾਰਾ ਕੁਝ ਲਿਆਂਦਾ। ਉਹ ਏਜੰਡੇ ਤੇ ਰਾਜ ਕਰਨ ਨਾਲ ਫਿਰ ਇਹ ਲੋਕ ਆ ਜਿਹੜੇ ਰਿਜੈਕਟ ਹੋਏ ਆ, ਇਹ ਪੰਜਾਬ ਦੇ ਵੋਟਰਾਂ ਨੇ ਰਿਜੈਕਟ ਕਰਤਾ ਔਰ ਬੁਰੀ ਤਰ੍ਹਾਂ ਰਿਜੈਕਟ ਕੀਤਾ ਅਕਾਲੀ ਦਲ ਨੂੰ। ਇਹਦਾ ਕਾਰਨ ਇਹੀ ਹੈ ਵੀ ਇਹ ਆਪਣਾ ਅਨੰਦਪੁਰ ਸਾਹਿਬ ਦੇ ਮੱਤੇਦਾਰ ਫੈਡਰਲਿਜ਼ਮ ਨੂੰ ਤਾਂ ਛੱਡਣਾ ਹੀ ਸੀ। ਚਲੋ ਸਵਾਲ ਏਜੰਡੇ ਦਾ ਹੂ-ਬ-ਹੂ, ਜਿਵੇਂ ਸਮੇਧ ਸੈਣੀ ਨੂੰ ਲੈ ਕੇ ਆਉਣਾ ਜਾਂ ਹੋਰ ਇਹੋ ਜਿਹੇ ਜਿਹੜੇ ਸਿੰਬਲ ਹੈ, ਐਂਟੀ ਪੰਜਾਬ ਐਂਟੀ ਸਿੱਖ ਸਿੰਬਲ ਹੈ, ਉਹਨਾਂ ਨੂੰ ਇਹਨਾਂ ਨੇ ਹਵਾ ਦਿੱਤੀ ਤੇ ਬਰਕਰਾਰ ਰੱਖਿਆ। ਜਿਵੇਂ ਕਾਂਗਰਸ ਨੇ ਰੱਖਿਆ ਸੀ ਉਸੇ ਲੈਵਲ ਤੇ ਇਹਨਾਂ ਨੇ ਰੱਖਿਆ। ਕਾਂਗਰਸ ਵੀ ਉਸ ਏਜੰਡੇ ਨੂੰ ਛੱਡ ਗਈ ਜਿਹਦੇ ਕਰਕੇ ਉਹ ਰਾਜ ਕਰ ਗਏ ਸੀ। ਕੈਪਟਨ ਅਮਰਿੰਦਰ 2 ਵਾਰੀ ਕਰ ਗਿਆ ਤੇ ਇਹਨਾਂ ਨੇ ਨਹੀਂ ਛੱਡਿਆ। ਇਹਨਾਂ ਨੇ ਪੱਕਾ ਉਹੀ ਜਿਹੜਾ ਅਲਟਰਾ ਨੈਸ਼ਨਲਿਸਟ ਜਿਹੜਾ ਏਜੰਡਾ ਸੀ ਨੇੜੇ ਤੇੜੇ ਦਾ ਬੀਜੇਪੀ ਦਾ, ਉਹ ਇਹਨਾਂ ਨੇ ਲਾਗੂ ਕੀਤਾ ਤੇ ਇਸ ਕਰਕੇ ਰੀਜਨਲ ਫੋਰਸ ਨਹੀਂ ਰਹੀ ਤੇ ਕਿਸੇ ਵੇਲੇ ਜਿਵੇਂ ਵੱਡੀ ਰੀਜਨਲ ਫੋਰਸ ਦੇਸ਼ ਦੀ ਅਕਾਲੀ ਦਲ ਹੀ ਹੁੰਦਾ ਸੀ। ਮੇਰਾ ਖਿਆਲ ਹੁਣ ਸ਼ਾਇਦ ਇਹੀ ਜਿਹੜੀ ਸਟ੍ਰੈਟਜੀ ਹੈ ਹੁਣ ਮਹਿੰਗੀ ਪੈ ਰਹੀ ਹੈ ਪਾਰਟੀ ਨੂੰ। ਤੇ ਦੂਸਰੇ ਪਾਸੇ ਸਿੱਧੂ ਸਾਹਿਬ, ਸਾਰਿਆਂ ਨੂੰ ਪਤਾ ਹੈ ਕਿ 15 ਅਗਸਤ ਜਿਹੜੀ ਆ ਰਹੀ ਹੈ ਉਹ ਭਾਰਤ ਦੀ ਆਜ਼ਾਦੀ ਦਾ ਦਿਹਾੜਾ ਹੈ ਤੇ 14 ਅਗਸਤ ਜਿਹੜੀ ਹੈ ਪਾਕਿਸਤਾਨ ਦੀ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਂਦਾ ਤੇ 1947 ਦੇ ਵਿੱਚ ਜਿਹੜਾ ਹੈ ਉਹ ਇਹ ਸਾਰਾ ਕੁਝ ਜਿਹੜਾ ਹੋਇਆ, ਜਿੱਦਾਂ ਜਿਹੜੀ ਸੀ ਉਦੋਂ ਪਹਿਲਾਂ ਜਿਹੜੀ ਬਰਤਾਨਵੀ ਸਰਕਾਰ ਸੀ ਉਹ ਹੈਂਡਓਵਰ ਜਿਹੜੀ ਹੈ ਉਹ ਕਰਕੇ ਗਈ। ਤੇ ਹੁਣ ਉਧਰ ਇੱਕ ਪਾਸੇ 75 ਸਾਲ ਇਸ ਗੱਲ ਨੂੰ ਹੋ ਗਏ ਹੈ ਤੇ ਕੇਂਦਰ ਦੀ ਸਰਕਾਰ ਇਹਨੂੰ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਨਾਂ ਤੇ ਮਨਾ ਰਹੀ ਹੈ। ਤੇ ਪਰਸੋਂ ਜਿਹੜਾ ਹੈ ਹਰਪ੍ਰੀਤ ਸਿੰਘ, ਜੋ ਗਿਆਨੀ ਹਰਪ੍ਰੀਤ ਸਿੰਘ, ਜੋ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ, ਤੇ ਉਹਨਾਂ ਨੇ ਇੱਕ ਸੰਦੇਸ਼, ਇੱਕ ਬਿਆਨ ਇਹ ਜਾਰੀ ਕੀਤਾ। ਮੇਰਾ ਖਿਆਲ ਪਹਿਲੀ ਵਾਰ ਇਤਿਹਾਸ ਦੇ ਵਿੱਚ ਇੱਦਾਂ ਦੀ ਗੱਲ ਹੋਈ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਇੱਦਾਂ ਦਾ ਜਿਹੜਾ ਹੈ ਬਿਆਨ ਜਾਰੀ ਕੀਤਾ ਗਿਆ ਹੋਵੇ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਆਪਾਂ ਸਾਂਝੀ ਸਾਰੇ ਪੰਜਾਬੀਆਂ ਲਈ ਇਹ, ਕਿਉਂਕਿ ਤਕਸੀਮ ਹੋਈ ਹੈ, ਪੰਜਾਬੀਆਂ ਦਾ ਦਰਦ ਸਾਂਝਾ ਹੈ, ਆਪਾਂ ਉਹਦੇ ਲਈ ਆਪਾਂ ਅਰਦਾਸ ਕਰੀਏ। ਉਹਨਾਂ ਨੇ 14 ਅਗਸਤ ਨੂੰ ਅਕਾਲ ਤਖ਼ਤ ਸਾਹਿਬ ਤੇ ਅਖੰਡ ਪਾਠ ਪ੍ਰਕਾਸ਼ ਕਰਨ ਦੀ ਨਾਲ ਗੱਲ ਵੀ ਕੀਤੀ। ਨਾਲ ਹੀ ਦੂਜਿਆਂ ਜਿਹੜੇ ਹੋਰ ਇਹਦੇ ਨਾਲ ਜਿਹੜੇ ਜੁੜੇ ਹੋਏ ਦੂਜੇ ਭਾਈਚਾਰੇ ਸੀ, ਜਿਹਦੇ 'ਚ ਮੁਸਲਿਮ ਵੀ ਸੀ ਤੇ ਹਿੰਦੂ ਵੀ ਸੀ, ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਵੀ ਜਿਹੜੀ ਹੈ ਇਸ ਨੂੰ ਅਰਦਾਸ ਵਜੋਂ ਵਰਤੋ। ਇਹਦਾ ਕਾਫੀ ਜਿਹੜਾ ਹੈ ਸਵਾਗਤ ਇਸ ਗੱਲ ਦਾ ਹੋਇਆ ਸਾਰੀਆਂ ਧਿਰਾਂ ਵੱਲੋਂ, ਇੱਥੇ ਤੱਕ ਕਿ ਜਿਹੜੀਆਂ ਖੱਬੇ ਪੱਖੀ ਪਾਰਟੀਆਂ ਨੇ, ਹੋਰ ਜਿਹੜੀਆਂ ਇੱਦਾਂ ਦੀਆਂ ਜਥੇਬੰਦੀਆਂ ਨੇ, ਉਹਨਾਂ ਨੇ ਸਵਾਗਤ ਕੀਤਾ। ਤੁਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਲੈਂਦੇ ਹੋ? ਦੇਖੋ, ਪਹਿਲੀ ਗੱਲ ਤਾਂ ਇਹ ਜਿੰਨਾ ਵੀ ਇਹ ਕੋਈ ਧਰਮ ਦੇ ਨਾਂ ਤੇ ਰਾਸ਼ਟਰਵਾਦ ਖੜਾ ਕਰਨ ਦੀ ਕੋਸ਼ਿਸ਼ ਕਰਦਾ, ਕੋਈ ਵੀ ਕਰਦਾ, ਜਿਸ ਕਿਸਮ ਦਾ ਪਹਿਲਾਂ ਵੀ ਹੋਇਆਗਾ, ਉਹਦਾ ਇੱਕ ਤਜਰਬਾ ਆਪਣੇ ਆਪ ਵਿੱਚ ਬੜਾ ਨਾਕਾਮਯਾਬ ਤਜਰਬਾ। ਉਹਦੇ ਬਹੁਤ ਮਾੜੇ ਛਿੱਟੇ ਨਿਕਲੇ ਆ। ਪਾਕਿਸਤਾਨ ਦੇਖ ਲਓ ਤੇ ਇੰਡੀਆ ਵੀ ਦੇਖ ਲਓ, ਜਿਸ ਕਿਸਮ ਦੇ ਸੈਕੂਲਰਿਜ਼ਮ ਨੂੰ ਛੱਡ ਰਿਹਾ ਹੈਗਾ ਸਾਰਾ ਕੁਝ। ਹੁਣ ਵੀ ਜਿਹੜਾ ਘਰ ਘਰ ਤਿਰੰਗਾ ਵਾਲਾ ਜਿਹੜਾ ਇਹ ਕੰਪੇਨ ਚਲਾਈ ਜਾਈ, ਇਹ ਉਹੀ ਨੈਸ਼ਨਲਿਜ਼ਮ ਦੀ ਕੰਪੇਨ ਹੈ ਜਿਹੜੀ ਕਿ ਤਕਰੀਬਨ 47 ਤੋਂ ਜਾਂ 47 ਤੋਂ ਪਹਿਲਾਂ ਦੀ ਸ਼ੁਰੂ ਹੋਈ ਵੀ ਆ। ਉਸ ਤੋਂ ਪਾਸੇ ਨਹੀਂ ਹਟਿਆ, ਉਹਨੂੰ ਹੋਰ ਜ਼ਿਆਦਾ ਉਸ ਨੈਸ਼ਨਲਿਜ਼ਮ ਨੂੰ ਤਕੜਾ ਕਰਕੇ ਪੇਸ਼ ਕਰਨ ਦੀ ਗੱਲਬਾਤ ਹੈ। ਇਸ ਦੀ ਜਿਹੜੀ ਇੱਕ ਤਰ੍ਹਾਂ ਦਾ ਜਾ ਕੇ ਅਰਦਾਸ ਦਿਵਸ ਜਿਹੜਾ 16 ਅਗਸਤ ਨੂੰ ਮਨਾਉਣਾ, ਇਹ ਆਪਣੇ ਆਪ ਵਿੱਚ ਇਹਨਾਂ ਦੋਨਾਂ ਗੱਲਾਂ ਦੀ ਘਾਟ ਹੈ। ਇਸ ਕਿਸਮ ਦੇ ਧਾਰਮਿਕ ਕੱਟੜਵਾਦ ਦੀ ਤੇ ਧਾਰਮਿਕ ਨੈਸ਼ਨਲਿਜ਼ਮ ਦੀ ਜਿਹੜੀ
ਤੇ ਜਾਂ ਧਾਰਮਿਕ ਲੈਵਲ ਉੱਤੇ ਤੁਸੀਂ ਦੇਸ਼ ਖੜਾ ਕਰਨ ਦੀ, ਨੇਸ਼ਨ ਖੜਾ ਕਰਨ ਦੀ ਜਿਹੜੀ ਇਹ ਸਟ੍ਰੈਟਜੀ ਹੈ ਦੋਨਾਂ ਦੀ, ਉਹਦੀ ਘਾਟ ਹੈ। ਦੂਜੇ ਪਾਸੇ ਕੋਈ ਹੋਰ ਵੀ ਇੱਥੇ ਸਿੱਖਾਂ ਦੇ ਵਿੱਚ ਜਿਹੜਾ ਇਸ ਕਿਸਮ ਦਾ ਖੜਾ ਕਰਨਾ ਚਾਹੁੰਦੇ ਆ, ਜਿਹੜਾ ਜਿਵੇਂ ਸਿਮਰਜੀਤ ਮਾਨ ਖਾਲਿਸਤਾਨ ਦੀ ਗੱਲ ਕਰਦਾ, ਉਹ ਡਿਫਾਈਨ ਤਾਂ ਉਹਨੇ ਕੀਤਾ ਨਹੀਂ, ਅਜੇ ਵੀ ਵੈਸੇ ਕਰਦਾ, ਤੇ ਉਹਦੀ ਵੀ ਇਹ ਇਸ ਗੱਲ ਦੇ ਉੱਤੇ ਹੈ ਵੀ ਇਹ ਉਹਦੀ ਵੀ ਘਾਟ ਬਣਦਾ ਹੈਗਾ। ਤੇ ਸਵਾਲ ਇਹ ਬਣਦਾ ਵੀ ਤੁਸੀਂ 47 ਦੇ ਵਿੱਚ ਸਰਕਾਰ ਦੇ ਹੁੰਦੇ ਹੋਏ, ਬ੍ਰਿਟਿਸ਼ ਸਰਕਾਰ ਦੇ ਵਿੱਚ ਟਰਾਂਸਫਰ ਆਫ ਪਾਵਰ ਹੋਈ ਸੀ ਸਾਰੀ, ਉਹਦੇ ਵਿੱਚ ਤੁਸੀਂ ਆਪਸ ਵਿੱਚ ਦੀ ਇੱਕ ਦੂਜੇ ਤੋਂ ਵੱਧ ਇਲਾਕਾ ਦੱਬਣ ਲਈ ਪਾਰਟੀਸ਼ਨ ਜਿਹੜੀ ਹੋਣੀ ਸੀ ਉਹ ਦੇਸ਼ ਦੀ ਹੋਣੀ ਸੀ, ਦੋ ਕੌਮਾਂ ਦੀ ਥਿਓਰੀ ਤੇ ਪਾਰਟੀਸ਼ਨ ਪੰਜਾਬ ਦੀ ਕਰਤੀ। ਪੰਜਾਬ ਦੀ ਪਾਰਟੀਸ਼ਨ ਨਹੀਂ ਕੀਤੀ, 10 ਲੱਖ ਬੰਦਾ ਮਾਰਿਆ ਗਿਆ, 1 ਕਰੋੜ ਬੰਦਾ ਘਰੋਂ ਬੇਘਰ ਹੋ ਗਿਆ, ਔਰਤਾਂ ਦੀ 1-2 ਲੱਖ ਔਰਤਾਂ ਦੀ ਬੇਪੱਤੀ ਹੋਈ। ਇਹ ਸਾਰੀ ਗੱਲ ਦੇ ਜਿਹੜੇ ਜ਼ਿੰਮੇਵਾਰ ਕੌਣ ਹੈ? ਇਹਨੂੰ ਦਬਾਉਣ ਦੀ ਬੜੀ ਕੋਸ਼ਿਸ਼ ਕੀਤੀ ਜਿਹੜੇ ਆਜ਼ਾਦੀ ਦੇ ਜਸ਼ਨਾਂ ਦੇ ਵਿੱਚ, ਤੇ ਅੱਜ ਤੱਕ ਦਬਾਇਆ ਹੋਇਆ। ਤੇ ਇਹਦਾ ਜਿਨ੍ਹਾਂ ਦਾ ਜਿਹੜੇ ਵਿਕਟਮ ਹੈ, ਸ਼ਿਕਾਰ ਹੋਏ ਆ ਸਾਰੀ ਗੱਲਬਾਤ ਦਾ, ਉਹਨਾਂ ਨੂੰ ਚਾਹੀਦਾ ਸੀ ਵੀ ਉਹ ਕੁਝ ਦੇਰ ਬਾਅਦ ਇਹ ਸਾਰੇ ਉੱਤੇ ਦੁਬਾਰਾ ਨਜ਼ਰਸ਼ਾਨੀ ਕਰਦੇ, ਦੁਬਾਰਾ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਕਿਉਂਕਿ ਨੈਸ਼ਨਲਿਜ਼ਮ ਦੀਆਂ ਵੱਡੀਆਂ ਪਾਸੇ, ਦੋਨੋਂ ਪਾਸੇ ਧਰਮ ਦੇ ਨਾਮ ਤੇ ਉਸੇ ਕਿਸਮ ਦੀ ਦੋਨੋਂ ਵਾਹਗਾ ਬਾਰਡਰ ਦੇ ਤੇ ਇਸ ਰੈੱਡ ਕਲਿਫ ਲਾਈਨ ਦੇ ਦੋਨੋਂ ਪਾਸੇ ਇਸ ਕਿਸਮ ਦੀ ਪੋਲੀਟਿਕਸ ਚੱਲ ਰਹੀ ਹੈ ਅਜੇ ਵੀ, ਜਿਹੜੀ 47 ਵੇਲੇ ਚੱਲੀ ਸੀ। ਇਸ ਕਰਕੇ ਇਹ ਜਿਹੜੀ ਆਪਣੇ ਆਪ ਵਿੱਚ ਭਾਈਚਾਰੇ ਦਾ ਜਿਹੜਾ ਇੱਕ ਤਰ੍ਹਾਂ ਦਾ ਸੱਦਾ ਹੈ, ਜਿਹੜਾ ਤੁਸੀਂ ਇਕੱਠਾ ਹੋ ਕੇ ਸ਼ਰਧਾਂਜਲੀ ਦੇਣੀ, ਸਾਰਿਆਂ ਨੂੰ ਸ਼ਰਧਾਂਜਲੀ ਦੇਣੀ, ਤੇ ਇਸ ਕਰਕੇ ਉਹ ਰਿਪਰੈਜ਼ੈਂਟੇਟਿਵ ਅਕਾਲ ਤਖਤ ਜਥੇਦਾਰ ਨੇ ਤਿੰਨਾਂ ਕਮਿਊਨਿਟੀਆਂ ਦੇ ਲੋਕਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਹੈ। ਮੁਸਲਮਾਨ ਨਾਲ ਸ਼ਾਹੀ ਇਮਾਮ ਨੂੰ ਵੀ ਬੁਲਾਇਆ ਤੇ ਹਿੰਦੂ ਲੀਡਰਾਂ ਨੂੰ ਵੀ ਬੁਲਾਇਆ। ਤੇ ਇਹ ਤੇ ਇੱਕ ਤਰ੍ਹਾਂ ਦਾ ਖਾਸ ਇਹ ਡੈਮੋਕ੍ਰੈਟਿਕ ਤੇ ਜਮਹੂਰੀਅਤ ਨਿਜ਼ਾਮ ਵੱਲ ਨੂੰ ਸਾਰਾ ਇਸ਼ਾਰਾ ਜਾਂਦਾ ਵੀ ਇਸ ਨੂੰ ਹੋਰ ਮਜ਼ਬੂਤ ਕਰੀਏ। ਤੇ ਨਾਲੇ ਜਿਹੜੀ ਇਹ ਧਰਮ ਦੇ ਨਾਂ ਉੱਤੇ ਕੱਟੜਤਾ ਤੇ ਹੋਰ ਸਾਰਾ ਕੁਝ ਬਹੁਤ ਹੋ ਚੁੱਕਿਆ ਹੈਗਾ ਪਹਿਲਾਂ, ਤੇ ਹੁਣ ਜੇ ਡਿਵੈਲਪਮੈਂਟ ਚੱਲਣੀ ਹੈ ਤਾਂ ਡਿਵੈਲਪਮੈਂਟ ਚੱਲੂ ਇਸੇ ਕਰਕੇ ਵੀ ਡੈਮੋਕ੍ਰੈਟਿਕ ਸੈਟਅਪ ਹੋਵੇ ਤੇ ਭਾਈਚਾਰਾ ਚੱਲੇ। ਤੇ ਇਸ ਕਿਸਮ ਦੀ ਖਿੱਚ ਦੇ ਵਿੱਚੋਂ ਬਲੱਡ ਸ਼ੈਡ ਹੀ ਨਿਕਲਦਾ, ਉਹ 47 ਨੇ ਵੀ ਦੇਖ ਲਿਆ ਤੇ ਬਾਅਦ 'ਚ ਵੀ ਦੇਖ ਲਿਆ। ਇਸ ਕਰਕੇ ਇਹ ਰਿਵਿਊ ਹੋਣਾ, ਇਹ ਸਾਰੇ ਖਿੱਤੇ ਦੀ ਪੋਲੀਟਿਕਸ ਦੀ ਜਿਹੜੀ ਇੱਕ ਤਰ੍ਹਾਂ ਦੀ ਤਬਦੀਲੀ ਹੋਣੀ ਆ, ਉਹਦਾ ਇਹ ਸੂਚਕ ਵੀ ਆ ਜਿਹੜਾ ਅਕਾਲ ਤਖਤ ਦਾ ਸੱਦਾ ਹੈਗਾ। ਤੇ ਬਾਕੀ ਸਿੱਖਾਂ 'ਚ ਤਾਂ ਸਿੱਖ ਤਾਂ ਸਭ ਤੋਂ ਜ਼ਿਆਦਾ ਇਸ ਦੇ ਭੁਗਤ ਭੋਗੀ ਹੈ। ਇਸ ਕਰਕੇ ਆ ਵੀ ਉਹਨਾਂ ਦਾ ਜਿਹੜੀ ਗੁਰੂਆਂ ਦੀ ਕਰਮ ਭੂਮੀ ਸੀ, ਉਹਦਾ 80% ਤਾਂ ਸਾਰਾ ਉੱਧਰਲੇ ਪਾਸੇ ਲਹਿੰਦੇ ਪੰਜਾਬ 'ਚ ਰਹਿ ਗਿਆ। ਇੱਧਰ ਤਾਂ ਆਇਆ ਹੀ ਨਹੀਂ। ਇਹ ਉਹਦੇ ਤੋਂ ਵੀ ਵੱਖਰੇ ਹੋ ਗਏ। ਜਦੋਂ ਕਿਸੇ ਕੋਲੇ ਆਪਦੀ ਹਿਸਟਰੀ ਗਵਾਚ ਜੇ, ਆਪਦੇ ਧਾਰਮਿਕ ਸਥਾਨ ਗਵਾਚ ਜਾਣ, ਉਹੀ ਸਭ ਤੋਂ ਵੱਡਾ। ਉਦੋਂ ਪਿੱਛੋਂ ਫਿਰ ਨਵੰਬਰ 84, ਜੂਨ 84 ਇਹ ਸਾਰਾ ਕੁਝ ਵਾਪਰਿਆ। ਇਸ ਕਰਕੇ ਉਹਦੇ ਪਿੱਛੋਂ ਫਿਰ ਹੁਣ ਇਹ ਲੱਗ ਰਿਹਾ ਹੈ ਜਿਵੇਂ ਉਹਨਾਂ ਦਾ ਕਿਸੇ ਦੇਸ਼ ਦੀ ਪੋਲੀਟਿਕਸ ਵਿੱਚੋਂ ਹੀ ਸਾਰਾ ਹਿੱਸਾ ਖਤਮ ਹੀ ਕਰ ਦਿੱਤਾ ਗਿਆ, ਮਨਫੀ ਕਰ ਦਿੱਤੇ ਗਏ ਹੋਣ। ਇਹ ਸਾਰੇ ਗੱਲ ਕਰਕੇ ਇਹ ਬੜਾ ਬਣਦਾ ਸੀ ਇਹਨਾਂ ਦਾ, ਬੜੀ ਦੇਰ ਨਾਲ ਇਹ ਸੱਦਾ ਆਇਆ, ਪਰ ਜਿਹੜਾ ਸੱਦਾ ਆ ਗਿਆ ਇਹ ਮੁਬਾਰਕ ਹੈ, ਇਹ ਹੋਣਾ ਚਾਹੀਦਾ। ਇਹਦੇ ਉੱਤੇ ਦੁਬਾਰਾ ਨਵੇਂ ਵਿਚਾਰ, ਨਵੀਂ ਚੇਤਨਤਾ ਤੇ ਨਵੇਂ ਚਿੰਤਨ ਖੜੇ ਹੋਣਗੇ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਤੁਸੀਂ ਪੰਜਾਬਨਾਮਾ ਸ਼ੋਅ ਦੇ ਵਿੱਚ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਪੰਜਾਬਨਾਮਾ ਸ਼ੋਅ ਦੇ ਵਿੱਚ, ਧੰਨਵਾਦ।